ਹੈਲੋ एवरीवन। ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ ਬੱਚੇ ਕਿ ਇੰਟਰਪੋਲੇਸ਼ਨ ਸਾਡੇ ਕੋਲ ਕੀ ਹੁੰਦਾ। ਜਦੋਂ ਵੀ ਕੋਈ ਡਾਟਾ ਟੇਬਲ ਦੀ ਫਾਰਮ ਦੇ ਵਿੱਚ ਗਿਵਨ ਹੋਵੇ ਉਸ ਨੂੰ ਅਸੀਂ ਸੋਲਵ ਕਰ ਸਕਦੇ ਹਾਂ ਇੰਟਰਪੋਲੇਸ਼ਨ ਦੀ ਹੈਲਪ ਦੇ ਨਾਲ। ਅਤੇ ਬੱਚੇ ਦਾ ਮੇਨ ਮੋਟਿਵ ਕੀ ਸੀਗਾ, ਕਹਿੰਦੇ ਜੋ ਵੀ ਵੈਲਿਊ ਸਾਨੂੰ ਦਿੱਤੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਕੋਈ ਮਿਸਿੰਗ ਵੈਲਿਊ ਦੇ ਉੱਤੇ ਫੰਕਸ਼ਨ ਦੀ ਵੈਲਿਊ ਨੂੰ ਅਸੀਂ ਫਾਈਂਡ ਕਰ ਸਕਦੇ ਹਾਂ। ਜਿਵੇਂ ਅਸੀਂ ਕਿਹਾ, ਕਹਿੰਦੇ ਇੱਕ ਵੈਲਿਊ ਸਾਡੇ ਕੋਲ ਸੀਗੀ, ਹਾਂਜੀ, ਜਿਵੇਂ ਅਸੀਂ ਕਹਿੰਦੇ ਸੀਗੇ ਬੱਚੇ ਸਾਡੇ ਕੋਲ ਦਿੱਤੀਆਂ ਹੋਈਆਂ ਨੇ ਵੈਲਿਊਜ਼ x0 x1 x2 ਦੀ ਅਪ ਟੂ ਸੋ ਔਨ xn ਤੱਕ, ਅਤੇ ਇਹਨਾਂ ਦੇ ਕੋਰਸਪੋਂਡਿੰਗ ਸਾਡੇ ਕੋਲ ਫੰਕਸ਼ਨ ਦੀ ਵੈਲਿਊ ਆਉਂਦੀ ਸੀਗੀ f of x0 f of y x1 x2 ਇਹਨੂੰ y0 ਕਹਿ ਦਿੰਦੇ ਹਾਂ, y1 y2 ਅਪ ਟੂ ਸੋ ਔਨ ਇਸ ਤਰ੍ਹਾਂ ਨੇਮ ਦਿੰਦੇ ਹਾਂ। ਹੁਣ ਕਹਿੰਦੇ ਜਦੋਂ x0 ਤੋਂ xn ਦੇ ਵਿੱਚ ਕੋਈ ਵੀ ਇਹੋ ਜਿਹੀ ਵੈਲਿਊ ਜਿਹਦੀ ਵੈਲਿਊ ਵਿੱਚ ਸਾਨੂੰ ਟੇਬਲ 'ਚ ਨਹੀਂ ਗਿਵਨ, ਜਿਵੇਂ ਸਾਡੇ ਕੋਲ ਇੱਥੇ 5 ਆ, ਇਹ 10 ਆ, ਇਹ 15 ਆ, ਅਤੇ ਤੁਹਾਨੂੰ ਪੁੱਛ ਲਿਆ ਕਿ 12 ਦੇ ਉੱਤੇ ਫੰਕਸ਼ਨ ਦੀ ਵੈਲਿਊ ਕੀ ਹੋਏਗੀ, y2 ਜਾਂ y ਦੀ ਵੈਲਿਊ ਕੀ ਹੋਊਗੀ। ਉਸ ਟਾਈਮ ਅਸੀਂ ਕਿਹਦੀ ਹੈਲਪ ਲੈ ਸਕਦੇ ਹਾਂ, ਇੰਟਰਪੋਲੇਸ਼ਨ ਦੀ ਹੈਲਪ ਲੈ ਸਕਦੇ ਹਾਂ। ਹੁਣ ਇਹਨੂੰ ਜਦੋਂ ਅਸੀਂ ਕੋਈ ਮਿਸਿੰਗ ਵੈਲਿਊ ਹੁੰਦੀ ਆ ਉਹਨੂੰ ਫਾਈਂਡ ਕਰਨ ਦੇ ਲਈ ਅਸੀਂ ਕਿਹੜੇ ਮੈਥਡ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਹੈਗਾ ਬੱਚੇ ਨਿਊਟਨ ਫਾਰਵਰਡ ਮੈਥਡ, ਫਿਰ ਹੈਗਾ ਨਿਊਟਨ ਬੈਕਵਰਡ ਮੈਥਡ, ਫਿਰ ਹੈਗੇ ਨੇ ਗੌਸ ਸੈਂਟਰਲ ਡਿਫਰੈਂਸ ਫਾਰਮੂਲੇ, ਅੱਗੇ ਹੈਗੇ ਨੇ ਬੈਸਲਸ ਫਾਰਮੂਲਾ, ਐਵਰੇਟ ਫਾਰਮੂਲਾ, ਜਾਂ ਫਿਰ ਬੱਚੇ ਲੈਂਗਰੈਂਜ ਇਕੁਏਸ਼ਨਸ। ਹੁਣ ਅਸੀਂ ਇਹਨਾਂ ਸਾਰੇ ਫਾਰਮੂਲਿਆਂ ਦੇ ਨਾਲ ਕਿਵੇਂ ਡੀਲ ਕਰਨਾ, ਕਦੋਂ ਕਿਹੜਾ ਫਾਰਮੂਲਾ ਯੂਜ਼ ਹੋਣਾ, ਜਾਂ ਫਿਰ ਕੀ ਕੰਡੀਸ਼ਨਸ ਉਹਨਾਂ ਦੇ ਲਈ ਲੱਗਦੀਆਂ ਨੇ, ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਅੱਜ ਜੋ ਅਸੀਂ ਸਭ ਤੋਂ ਪਹਿਲਾਂ ਕਰ ਰਹੇ ਹਾਂ ਬੱਚੇ ਉਹ ਹੈਗਾ ਸਾਡੇ ਕੋਲ ਗੌਸ ਸੈਂਟਰਲ ਡਿਫਰੈਂਸ ਫਾਰਮੂਲੇ ਦੇ ਵਿੱਚੋਂ ਗੌਸ ਫਾਰਵਰਡ ਫਾਰਮੂਲਾ। ਦੇਖੋ, ਸਭ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰਦੀ ਹੈ ਬੱਚੇ, ਕਹਿੰਦੇ ਜਦੋਂ ਵੀ ਸਾਨੂੰ ਕੋਈ ਇੰਟਰਵਲ ਦੇ ਰੱਖਿਆ ਹੁੰਦਾ ਅਤੇ ਉਹਦੇ ਵਿੱਚੋਂ ਅਸੀਂ ਨੇ ਕਿਸੇ ਮਿਸਿੰਗ ਵੈਲਿਊ ਦੇ ਲਈ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਹੁੰਦੀ ਆ, ਤਾਂ ਉਹਨੂੰ ਅਸੀਂ ਦੋ ਤਰ੍ਹਾਂ ਦੇ ਨਾਲ ਡੀਲ ਕਰਦੇ ਹਾਂ ਬੱਚੇ। ਮੰਨ ਲਓ ਸਾਨੂੰ ਦਿੱਤਾ ਹੋਇਆ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ, ਇੱਕ 5 10 15 20 25, ਇਹ ਡਾਟਾ 5 ਦੇ ਉੱਤੇ ਫੰਕਸ਼ਨ ਦੀ ਵੈਲਿਊ ਮੰਨ ਲਓ ਸਾਡੇ ਕੋਲ ਹੈਗੀ ਆ 25, ਇਹਦੇ ਲਈ ਹੈਗੀ ਆ 100 75 35। ਬੱਚੇ ਆਪਣੇ ਵੱਲੋਂ ਐਗਜ਼ਾਮਪਲ ਲੈ ਰਹੇ ਹਾਂ ਸਮਝਣ ਦੇ ਲਈ ਸਿਰਫ। ਇਹਦੀ ਹੈਗੀ ਆ ਸਾਡੇ ਕੋਲ 85, ਇਹ ਹੋ ਗਿਆ y0 y1 y2 y3 y4। ਹੁਣ ਸਾਨੂੰ ਕਹਿ ਰੱਖਿਆ ਬੱਚੇ, ਕਹਿੰਦੇ ਇਸ ਦੀ ਵੈਲਿਊ ਮੰਨ ਲਓ 7 ਦੇ ਲਈ ਫਾਈਂਡ ਕਰੋ। x ਦੀ ਵੈਲਿਊ ਜਦੋਂ 7 ਹੋਊਗੀ ਤਾਂ f7 'ਤੇ ਵੈਲਿਊ ਕੀ ਹੋਊਗੀ, ਮਤਲਬ ਫੰਕਸ਼ਨ ਦੀ ਵੈਲਿਊ 7 'ਤੇ ਕੀ ਹੋਊਗੀ। ਤਾਂ ਤੁਸੀਂ ਚੈੱਕ ਕਰੋਗੇ ਕਿ ਸਾਡੀ ਜਿਹੜੀ 7 ਵੈਲਿਊ ਆ ਉਹ ਸਾਡੇ ਫਸਟ ਹੀ ਇੰਟਰਵਲ ਦੇ ਵਿੱਚ ਕੀ ਕਰ ਰਹੀ ਹੈ ਵਿੱਚ ਲਾਈ ਕਰ ਰਹੀ ਹੈ 5 ਤੋਂ 10 ਦੇ ਵਿੱਚ ਹੀ ਕਿਤੇ 7 ਪਿਆ ਹੋਊਗਾ। ਤਾਂ ਜਦੋਂ ਵੀ ਸਾਡੇ ਕੋਲ ਫਸਟ ਇੰਟਰਵਲ ਦੇ ਜਾਂ ਸਟਾਰਟਿੰਗ ਦੇ ਇੰਟਰਵਲ ਦੇ ਨੇੜੇ ਵਾਲੀ ਮਿਸਿੰਗ ਵੈਲਿਊ ਹੋਵੇ ਜਿਹਦੇ ਉੱਤੇ ਫਾਈਂਡ ਕਰਨਾ ਫੰਕਸ਼ਨ, ਉਸ ਟਾਈਮ ਅਸੀਂ ਨਿਊਟਨ ਫਾਰਵਰਡ ਮੈਥਡ ਯੂਜ਼ ਕਰਦੇ ਹਾਂ, ਨਿਊਟਨ ਫਾਰਵਰਡ ਮੈਥਡ। ਹੁਣ ਜੇ ਇਹੀ ਬੱਚੇ ਸਾਨੂੰ ਨੈਟ ਡਾਟਾ ਦਿੱਤਾ ਹੋਇਆ ਅਤੇ ਤੁਹਾਨੂੰ ਪੁੱਛ ਲਿਆ ਕਿ F23 'ਤੇ ਵੈਲਿਊ ਕਿੰਨੀ ਹੋਊਗੀ, 23 'ਤੇ ਫੰਕਸ਼ਨ ਦੀ ਵੈਲਿਊ ਕਿੰਨੀ ਹੋਊ, ਜਾਂ 19 'ਤੇ ਵੈਲਿਊ ਕਿੰਨੀ ਹੋਊ, ਜਾਂ ਫਿਰ 18 'ਤੇ ਵੈਲਿਊ ਕਿੰਨੀ ਹੋਊ। ਉਸ ਟਾਈਮ ਜਦੋਂ ਸਾਡੇ ਕੋਲ ਕਹਿੰਦੇ ਬੈਕਵਰਡ ਜੋ ਪਿਛਲਾ ਇੰਟਰਵਲ ਆ ਉਸ ਦੇ ਨੀਅਰ ਵੈਲਿਊ ਹੋਵੇ, ਜਿਵੇਂ ਹੁਣ 20 ਤੋਂ 25 ਦੇ ਵਿੱਚ 23 ਲਾਈ ਕਰਦਾ, ਇਸ ਦਾ ਮਤਲਬ ਸਾਡੀ ਲਾਸਟ ਵੈਲਿਊ ਦੇ ਲਾਸਟ ਇੰਟਰਵਲ ਦੇ ਨੀਅਰ ਸਾਡੀ ਮਿਸਿੰਗ ਵੈਲਿਊ ਪਈ ਆ। ਜਦੋਂ ਲਾਸਟ ਇੰਟਰਵਲ ਦੇ ਨੀਅਰ ਹੋਏਗੀ ਉੱਥੇ ਹਮੇਸ਼ਾ ਅਸੀਂ ਨਿਊਟਨ ਬੈਕਵਰਡ ਫਾਰਮੂਲਾ ਯੂਜ਼ ਕਰਿਆ ਕਰਾਂਗੇ। ਫਾਰਵਰਡ ਜਦੋਂ ਸਟਾਰਟਿੰਗ ਇੰਟਰਵਲ ਦੇ ਨੇੜੇ ਹੋਵੇ, ਬੈਕਵਰਡ ਜਦੋਂ ਸਾਡੇ ਕੋਲ ਜਿਹੜੀ ਲਾਸਟ ਇੰਟਰਵਲ ਆ ਉਹਦੇ ਨੇੜੇ ਹੋਵੇ, ਉਸ ਟਾਈਮ ਅਸੀਂ ਯੂਜ਼ ਕਰਾਂਗੇ। ਫਿਰ ਆ ਗਏ ਸੈਂਟਰਲ। ਬੱਚੇ ਜੇ ਸਾਡੀ ਮਿਸਿੰਗ ਵੈਲਿਊ ਇਹਦੀ ਸੈਂਟਰ ਵੈਲਿਊ ਦੇ ਨੀਅਰ ਅਬਾਊਟ ਆ, ਜਿਵੇਂ 13 ਹੋ ਗਿਆ, 12 ਹੋ ਗਿਆ ਸਾਡੇ ਕੋਲ, ਜਾਂ ਫਿਰ 11 ਹੋ ਗਿਆ, 14 ਹੋ ਗਿਆ, ਕੋਈ ਵੀ ਇਹੋ ਜਿਹੀ ਵੈਲਿਊ ਜੋ ਸੈਂਟਰ ਵਾਲੇ ਇੰਟਰਵਲ ਦੇ ਨੀਅਰ ਹੋਏਗੀ ਉਹਦੀ ਵੈਲਿਊ ਅਸੀਂ ਨੇ ਫਾਈਂਡ ਕਰਨੀ ਅਤੇ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਅਸੀਂ ਸੈਂਟਰਲ ਡਿਫਰੈਂਸ ਫਾਰਮੂਲੇ ਯੂਜ਼ ਕਰ ਸਕਦੇ ਹਾਂ। ਅਤੇ ਸੈਂਟਰਲ ਫਾਰਮੂਲੇ ਸਾਡੇ ਕੋਲ ਅੱਗੇ 5 ਤਰ੍ਹਾਂ ਦੇ ਨੇ: ਗੌਸ ਫਾਰਵਰਡ, ਗੌਸ ਬੈਕਵਰਡ, ਸਟਰਿੰਗ, ਬੈਸਲ ਔਰ ਐਵਰੇਟ ਫਾਰਮੂਲਾ। ਸੋ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਗੌਸ ਫਾਰਵਰਡ ਫਾਰਮੂਲਾ। ਦੇਖੋ ਬੱਚੋ, ਇਹਦੇ ਵਿੱਚ ਸਾਨੂੰ ਫਾਰਮੂਲਾ ਇਹ ਲਰਨ ਕਰਨਾ ਪੈਣਾ ਕਿ ਗੌਸ ਜਿਹੜਾ ਫਾਰਵਰਡ ਮੈਥਡ ਸਾਡੇ ਕੋਲ ਜੋ ਫਾਰਵਰਡ ਫਾਰਮੂਲਾ ਕੀ ਹੁੰਦਾ। ਇਹਦਾ ਫਾਰਮੂਲਾ ਸਾਡੇ ਕੋਲ ਕਹਿੰਦੇ Fx ਇਕੁਅਲ ਟੂ ਹੁੰਦਾ y0 ਪਲੱਸ p ਡੈਲ y0 ਪਲੱਸ p -1/2 ਫੈਕਟੋਰੀਅਲ ਡੈਲ ਸਕੇਅਰ y -1 ਅਪ ਟੂ p ਪਲੱਸ 1 p -1/3 ਫੈਕਟੋਰੀਅਲ ਡੈਲ ਦੀ ਕਿਊਬ y -1। ਇਹ ਸਾਡਾ ਫਾਰਮੂਲਾ, ਇਹਦਾ ਯੂਜ਼ ਕਰਕੇ ਅਸੀਂ ਕੋਈ ਵੀ ਮਿਸਿੰਗ ਵੈਲਿਊ ਆ ਜਿਹੜੀ ਫਾਈਂਡ ਕਰ ਸਕਦੇ ਹਾਂ। ਹੁਣ ਜਿਹੜੇ ਇੱਥੇ p ਲਿਖਿਆ ਜਾਂਦਾ, p ਦੀ ਵੈਲਿਊ ਕੀ ਹੁੰਦੀ ਹੈ ਬੱਚੇ x -x0/h। x ਜਿਸ
ਵੈਲਿਊ 'ਤੇ, ਜਿਸ ਅਨਟਰਬੂਲੇਟਡ ਵੈਲਿਊ 'ਤੇ ਸਾਨੂੰ ਵੈਲਿਊ ਫਾਈਂਡ ਕਰਨ ਨੂੰ ਕਿਹਾ ਫੰਕਸ਼ਨ ਦੀ। ਆ ਸਾਡੇ ਕੋਲ ਐਕਸ ਨੋਟ ਬਚੇ। ਹੁਣ ਐਕਸ ਨੋਟ ਕੀ ਉਹ ਕਿਹੜੀ ਮੰਨਾਂਗੇ, ਇਹ ਅਸੀਂ ਐਗਜ਼ਾਮਪਲ ਦੇ ਥਰੂ ਸਮਝਾਂਗੇ ਕਿ ਐਕਸ ਨੋਟ ਸਾਡੇ ਕੋਲ ਕੀ ਹੁੰਦਾ। ਅਤੇ ਐਚ ਹੁੰਦਾ ਸਾਡੇ ਕੋਲ ਲੈਂਥ ਆਫ ਇੰਟਰਵਲ, ਜਿਹੜੀ ਸਾਨੂੰ ਸੀਰੀਜ਼ ਵਿੱਚ ਜੋ ਵੀ ਡਾਟਾ ਹੋਏਗਾ ਉਹਦੇ ਵਿੱਚ ਸਾਰੀਆਂ ਐਕਸ ਦੀਆਂ ਵੈਲਿਊ ਦੇ ਵਿੱਚ ਡਿਫਰੈਂਸ ਸੇਮ ਹੋਊਗਾ, ਉੱਥੇ ਹੀ ਅਸੀਂ ਬੱਚੇ ਮੈਥਡ ਲਗਾ ਸਕਦੇ ਹਾਂ। ਜਦੋਂ ਇੰਟਰਵਲ ਦਾ ਡਿਫਰੈਂਸ ਸੇਮ ਨਹੀਂ ਹੁੰਦਾ, ਜਿਵੇਂ ਹੁਣ 5, 10, 15 ਹੈ ਤਾਂ ਸਾਰਿਆਂ ਦੇ ਵਿੱਚ 5 ਦਾ ਡਿਫਰੈਂਸ ਚੱਲ ਰਿਹਾ, ਤਾਂ ਅਸੀਂ ਇੱਥੇ ਗੌਸ ਫਾਰਮੂਲੇ ਅਪਲਾਈ ਕਰ ਸਕਦੇ ਹਾਂ। ਬਟ ਜੇਕਰ ਬੱਚੇ ਦਾ ਡਿਫਰੈਂਸ ਸੇਮ ਨਾ ਹੁੰਦਾ, ਮੰਨ ਲਓ 15 ਹੁੰਦਾ ਫਿਰ 20 ਹੁੰਦਾ, ਡਿਫਰੈਂਸ ਸੇਮ ਨਹੀਂ ਹੈਗਾ, ਫਿਰ ਅਸੀਂ ਉੱਥੇ ਲੈਂਗਰਾਂਜ ਇਕੁਏਸ਼ਨ ਜਾਂ ਫਿਰ ਨਿਊਟਨ ਡਿਫਰੈਂਸ ਟੇਬਲ ਆ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਜਿੱਥੇ ਵੀ ਸਾਡੇ ਕੋਲ ਡਿਫਰੈਂਸ ਸੇਮ ਹੈਗੇ ਨੇ ਅਸੀਂ ਉੱਥੇ ਗੌਸ ਅਤੇ ਨਿਊਟਨ ਫਾਰਮੂਲੇ ਈਜ਼ੀਲੀ ਯੂਜ਼ ਕਰ ਸਕਦੇ ਹਾਂ। ਇਹ ਸੀਗਾ ਸਾਡਾ ਫਾਰਮੂਲਾ ਵਿੱਚ। ਹੁਣ ਇਹਨੂੰ ਅਸੀਂ ਨੇ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ ਕਿ ਇਹਨੂੰ ਅਸੀਂ ਨੇ ਲਾਣਾ ਕਿਵੇਂ। ਕਹਿੰਦੇ ਫਰੋਮ ਦਾ ਫੋਲੋਇੰਗ ਫਾਈਂਡ ਦੀ ਵੈਲਿਊ ਆਫ ਈ ਦੀ ਪਾਵਰ 1.17 ਬਾਏ ਗੌਸ ਫਾਰਵਰਡ ਫਾਰਮੂਲਾ। ਜ਼ਿਆਦਾਤਰ ਤੁਹਾਨੂੰ ਬੱਚੇ ਦੇ ਰੱਖਿਆ ਹੁੰਦਾ ਕਿ ਗੌਸ ਫਾਰਵਰਡ ਦੇ ਨਾਲ ਕਰਨਾ ਕਿ ਬੈਕਵਰਡ ਦੇ ਨਾਲ, ਬਟ ਜੇਕਰ ਤੁਹਾਨੂੰ ਨਹੀਂ ਗਿਵਨ ਤਾਂ ਤੁਸੀਂ ਇਹਨੂੰ ਆਪਣੇ ਬੈਕਵਰਡ ਜਾਂ ਫਾਰਵਰਡ ਦੋਨਾਂ ਵੇ ਦੇ ਨਾਲ ਕਰ ਸਕਦੇ ਹੋ। ਬੱਚੇ ਕੋਈ ਕੰਪਲਸ਼ਨ ਨਹੀਂ ਕਿ ਹਾਂਜੀ ਅਸੀਂ ਨੇ ਫਾਰਵਰਡ ਨਾਲ ਹੀ ਕਰਨਾ ਹੈ, ਫਾਰਵਰਡ ਨਾਲ ਹੀ ਸੋਲਵ ਹੋਊਗਾ। ਹੁਣ ਇਹਨੇ ਆਲਰੇਡੀ ਦੇ ਰੱਖਿਆ ਕਿ ਫਾਰਵਰਡ ਫਾਰਮੂਲਾ ਦੇ ਨਾਲ ਯੂਜ਼ ਸੋਲਵ ਕਰਨਾ, ਤਾਂ ਅਸੀਂ ਫਾਰਵਰਡ ਦੇ ਨਾਲ ਕਰਾਂਗੇ। ਡਾਟਾ ਸਾਨੂੰ ਕੀ ਦੇ ਰੱਖਿਆ, ਐਕਸ ਦੀ ਵੈਲਿਊਜ਼ ਦੇ ਰੱਖੀਆਂ ਨੇ ਅਤੇ ਉਹਦੇ ਲਈ ਈ ਫੰਕਸ਼ਨ ਈ ਦੀ ਪਾਵਰ ਐਕਸ ਦੀਆਂ ਕਿਹੜੀਆਂ ਵੈਲਿਊਜ਼ ਹੋਣਗੀਆਂ ਉਹ ਸਾਡੇ ਕੋਲ ਗਿਵਨ ਨੇ। ਤਾਂ ਸਭ ਤੋਂ ਪਹਿਲਾਂ ਬੱਚੇ ਕੋਈ ਵੀ ਸਮ ਆਏ, ਚਾਹੇ ਫਾਰਵਰਡ ਨਿਊਟਨ ਆਏ, ਚਾਹੇ ਸਟਰਿੰਗ ਆਏ, ਬੈਸਲ ਆਏ, ਸਭ ਤੋਂ ਪਹਿਲਾਂ ਅਸੀਂ ਉਹਦਾ ਡਿਫਰੈਂਸ ਟੇਬਲ ਤਿਆਰ ਕਰਦੇ ਹਾਂ, ਫਾਰਵਰਡ ਡਿਫਰੈਂਸ ਟੇਬਲ। ਹੁਣ ਡਿਫਰੈਂਸ ਟੇਬਲ ਕੀ ਹੁੰਦਾ ਸੀ, ਕਹਿੰਦੇ ਸਭ ਤੋਂ ਪਹਿਲਾਂ ਅਸੀਂ ਐਕਸ ਵਾਲੇ ਵੈਲਿਊਜ਼ ਲਿਖਦੇ ਹਾਂ, ਫਿਰ ਉਸ ਤੋਂ ਬਾਅਦ ਐਫ ਆਫ ਐਕਸ ਦੀਆਂ, ਫਿਰ ਇਹਨਾਂ ਦਾ ਡਿਫਰੈਂਸ ਕਰਕੇ ਇਹਦੇ ਸੈਂਟਰ ਦੇ ਵਿੱਚ ਲਿਖੀ ਜਾਂਦੇ ਹੋ। ਸੋ ਪਹਿਲਾਂ ਐਕਸ ਦੀਆਂ ਵੈਲਿਊਜ਼ ਲਿਖੀਆਂ 1, 1.05, 1.10, 1.15, 1.20, 1.25, 1.30 ਅਤੇ ਇਹਨਾਂ ਦੇ ਕੋਰਸਪੋਂਡਿੰਗ ਵੈਲਿਊਜ਼ ਦੇ ਕੋਰਸਪੋਂਡਿੰਗ ਸਾਨੂੰ ਫੰਕਸ਼ਨ ਦੀਆਂ ਜਿਹੜੀਆਂ ਵੈਲਿਊਜ਼ ਦੇ ਰੱਖੀਆਂ ਨੇ ਅਸੀਂ ਨੇ ਉਹ ਲਿਖੀਆਂ। ਉਸ ਤੋਂ ਬਾਅਦ ਵਿੱਚ ਅਸੀਂ ਪਹਿਲੀਆਂ ਦੋ ਦਾ ਡਿਫਰੈਂਸ ਕਰਕੇ ਇਹਦੇ ਸੈਂਟਰ 'ਚ ਲਿਖਣਾ, ਫਿਰ ਅਗਲੀਆਂ ਦੋ ਦਾ ਡਿਫਰੈਂਸ ਕਰਕੇ ਇਹਦੇ ਸੈਂਟਰ 'ਚ, ਇਹਨਾਂ ਦੋਹਾਂ ਦਾ ਡਿਫਰੈਂਸ ਇਹਦੇ ਸੈਂਟਰ 'ਚ, ਇਹਨਾਂ ਦੋਹਾਂ ਦਾ ਡਿਫਰੈਂਸ ਇਹਦੇ ਸੈਂਟਰ 'ਚ, ਇਹਦਾ ਦੋਹਾਂ ਦਾ ਡਿਫਰੈਂਸ ਇਹਨਾਂ ਦੇ ਸੈਂਟਰ 'ਚ, ਇਹਨਾਂ ਦੋਹਾਂ ਦਾ ਡਿਫਰੈਂਸ ਇਹਨਾਂ ਦੇ ਸੈਂਟਰ 'ਚ। ਟਰਾਈ ਕਰਾਂਗੇ ਕਿ ਸੈਂਟਰ 'ਚ ਲਿਖੀਏ ਬੱਚੇ, ਕਿਉਂਕਿ ਜੇ ਸੈਂਟਰ 'ਚ ਲਿਖਾਂਗੇ ਸਾਨੂੰ ਉਨੀਆਂ ਹੀ ਈਜ਼ੀ ਹੋ ਜਾਂਦੀਆਂ ਨੇ ਵੈਲਿਊਜ਼ ਲੱਭਣੀਆਂ। ਉਸ ਤੋਂ ਬਾਅਦ ਅਗੇਨ ਅਗਲੀਆਂ ਟਰਮਸ ਦਾ ਬੱਚੇ ਸਾਡੇ ਕੋਲ ਇਹਨਾਂ ਦੇ ਸੈਂਟਰ 'ਚ ਡਿਫਰੈਂਸ, ਇਹਨਾਂ ਦਾ ਡਿਫਰੈਂਸ ਇਹਦੇ ਸੈਂਟਰ 'ਚ, ਡਿਫਰੈਂਸ ਇਹਦੇ ਸੈਂਟਰ 'ਚ, ਡਿਫਰੈਂਸ ਇਹਦੇ ਸੈਂਟਰ 'ਚ, ਡਿਫਰੈਂਸ ਇਹਦੇ ਸੈਂਟਰ 'ਚ, ਅਗੇਨ ਡਿਫਰੈਂਸ ਇਹਦੇ ਸੈਂਟਰ 'ਚ, ਡਿਫਰੈਂਸ ਇਹਦੇ ਸੈਂਟਰ 'ਚ, ਇਹਨਾਂ ਦਾ ਡਿਫਰੈਂਸ ਇਹਦੇ ਸੈਂਟਰ 'ਚ, ਸੈਂਟਰ 'ਚ। ਇਸੇ ਤਰ੍ਹਾਂ ਸਾਰੇ ਡਿਫਰੈਂਸ ਅਸੀਂ ਫਾਈਂਡ ਕਰਦੇ ਜਾਣੇ ਆ ਬੱਚੇ। ਟਰਾਈ ਕਰਿਓ ਕਿ ਅਸੀਂ ਰੋ ਨੂੰ ਇੱਕ ਰੋ ਛੱਡ ਕੇ ਹੀ ਸਾਰੀਆਂ ਨੂੰ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰੀਏ, ਕਿਉਂਕਿ ਫਿਰ ਸਾਨੂੰ ਈਜ਼ੀਲੀ ਅੰਡਰਸਟੈਂਡ ਹੋ ਜਾਂਦਾ ਕਿ ਕਿਹੜਾ ਕਿਹਦਾ ਡਿਫਰੈਂਸ ਆ। ਦੇਖੋ ਹੁਣ ਜੇ ਅਸੀਂ ਇਹਨੂੰ ਦੇਖੀਏ, ਹੁਣ ਇੱਥੇ ਸਾਨੂੰ ਪਤਾ ਲੱਗ ਰਿਹਾ ਨਾ ਕਿ ਇਹਨਾਂ ਦੋਹਾਂ ਦਾ ਡਿਫਰੈਂਸ ਇੱਥੇ ਸੈਂਟਰ 'ਚ ਆ, ਇਹਨਾਂ ਦੋਹਾਂ ਦਾ ਡਿਫਰੈਂਸ ਆ ਪਿਆ, ਇਹਨਾਂ ਦੋਹਾਂ ਦਾ ਡਿਫਰੈਂਸ ਆ ਪਿਆ। ਤਾਂ ਹੁਣ ਜਦੋਂ ਅਸੀਂ ਫਾਰਮੂਲੇ ਦੇ ਲਈ ਵੈਲਿਊਜ਼ ਲੱਭਣੀਆਂ ਨੇ ਬੱਚੇ ਸਾਨੂੰ ਈਜ਼ੀ ਹੋ ਜਾਂਦੀਆਂ ਨੇ। ਸੋ ਟਰਾਈ ਕਰਿਆ ਕਰੋ ਇਸੇ ਤਰ੍ਹਾਂ ਅਸੀਂ ਇਹਦਾ ਟੇਬਲ ਆ ਜਿਹੜਾ ਉਹ ਕੰਸਟਰਕਟ ਕਰੀਏ। ਹੁਣ ਜਦੋਂ ਸਾਡੇ ਕੋਲ ਡਿਫਰੈਂਸ ਟੇਬਲ ਆ ਗਿਆ ਬੱਚੇ, ਹੁਣ ਕੁਐਸਚਨ ਆਏਗਾ ਕਿ ਡਿਫਰੈਂਸ ਟੇਬਲ ਅਸੀਂ ਕਿੱਥੇ ਤੱਕ ਬਣਾਉਣਾ, ਕਿਸ ਡਿਗਰੀ ਤੱਕ ਅਸੀਂ ਨੇ ਡਿਫਰੈਂਸ ਟੇਬਲ ਆ ਜਿਹੜਾ ਉਹ ਕੰਸਟਰਕਟ ਕਰਨਾ। ਤਾਂ ਬੱਚੇ ਸਾਡੇ ਕੋਲ ਇਹਦਾ ਆਨਸਰ ਹੋਏਗਾ, ਕਹਿੰਦੇ ਜਦੋਂ ਇੱਕ ਤਾਂ ਬੱਚੇ ਇਹਦੇ ਵਿੱਚ ਹੁੰਦਾ ਕਿ ਜਦੋਂ ਤੱਕ ਸਾਡੇ ਕੋਲ ਇੱਕ ਸਿੰਗਲ ਟਰਮ ਨਾ ਰਹਿ ਜਾਵੇ ਅਸੀਂ ਉਦੋਂ ਤੱਕ ਸੋਲਵ ਕਰ ਸਕਦੇ ਹਾਂ। ਪਹਿਲਾ ਵੇ ਕਹਿੰਦੇ ਉਦੋਂ ਤੱਕ ਦਾ ਡਿਫਰੈਂਸ ਟੇਬਲ ਬਣਾਓ ਜਦੋਂ ਸਾਡੇ ਕੋਲ ਲਾਸਟ ਵੈਲਿਊ ਸਿੰਗਲ ਵੈਲਿਊ ਨਾ ਰਹਿ ਜਾਵੇ। ਸੈਕਿੰਡ ਕੀ ਹੁੰਦਾ ਬੱਚੇ, ਕਹਿੰਦੇ ਜਦੋਂ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਜਾਂ ਇਹ ਵੈਲਿਊਜ਼ ਆ ਗਈਆਂ ਕਿ ਜਿਹੜੀਆਂ ਸਾਡੇ ਕੋਲ ਹੁਣ ਡਿਫਰੈਂਸ ਦੇ ਵਿੱਚ ਵੈਲਿਊਜ਼ ਆ ਰਹੀਆਂ ਨੇ ਉਹ ਇੰਨੀਆਂ ਜ਼ਿਆਦਾ ਛੋਟੀਆਂ ਨੇ ਕਿ ਹੁਣ ਉਹਦੇ ਨਾਲ ਸਾਡੇ ਆਨਸਰ ਨੂੰ ਜ਼ਿਆਦਾ ਇਫੈਕਟ ਨਹੀਂ ਪੈਣਾ। ਦੇਖੋ ਜਿਵੇਂ ਡੈਲ ਦੀ ਪਾਵਰ 3 ਦੇ ਉੱਤੇ ਹੀ 0.004, 0.004, 0.004, 0.005 ਬਹੁਤ ਛੋਟੀਆਂ ਟਰਮਸ ਹੋਣ ਲੱਗ ਗਈਆਂ। ਅਗਲੀ ਜਦੋਂ ਕੀਤੀ ਫਿਰ ਤਾਂ 0.001 ਹੀ ਆ ਗਿਆ। ਇਸ ਦਾ ਮਤਲਬ ਬੱਚੇ ਇਹਨਾਂ ਦੇ ਨਾਲ ਹੁਣ ਸਾਡੇ ਆਨਸਰ ਨੂੰ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ ਇਹ ਸਾਡੇ ਕੋਲ ਬਹੁਤ ਹੀ ਲੋਐਸਟ ਵੈਲਿਊਜ਼ ਹੋਈਆਂ ਜਾ ਰਹੀਆਂ ਨੇ। ਕਹਿੰਦੇ ਜਦੋਂ ਇਹੋ ਜਿਹੀਆਂ ਟਰਮਸ ਆ ਜਾਂਦੀਆਂ ਨੇ ਤਾਂ ਇਸ ਦਾ ਮਤਲਬ ਬੱਚੇ ਅਸੀਂ ਉੱਥੇ ਹੀ ਆਪਣਾ ਟੇਬਲ ਸਕਿਪ ਵੀ ਕਰ ਸਕਦੇ ਹਾਂ ਕਿ ਹਾਂਜੀ ਇਹ ਤੋਂ ਪਹਿਲੀਆਂ ਵੈਲਿਊਜ਼ ਨੂੰ ਅਸੀਂ ਯੂਜ਼ ਕਰ ਲਾਂਗੇ, ਕਿਉਂਕਿ ਇਹਨਾਂ ਦੇ ਨਾਲ ਸਾਡੇ ਆਨਸਰ ਨੂੰ ਕੋਈ ਵੀ ਇਫੈਕਟ ਆ ਜਿਹੜਾ ਉਹ ਨਹੀਂ ਪੈ ਰਿਹਾ, ਇਹਨਾਂ ਨੂੰ ਅਸੀਂ ਨਿਗਲੈਕਟ ਕਰ ਸਕਦੇ ਹਾਂ। ਪਰ ਜੇ ਤੁਸੀਂ ਬੱਚੇ ਇਹਨਾਂ ਨੂੰ ਵੀ ਸੋਲਵ ਕਰਨਾ ਚਾਹੋ ਨਾਲ ਲੈ ਕੇ ਕਿ ਅਸੀਂ ਲਾਸਟ ਤੱਕ ਵੈਲਿਊ ਕੱਢਣੀ, ਉਹ ਵੀ ਗਲਤ ਨਹੀਂ ਹੋਏਗਾ, ਉਹ ਵੀ ਬਿਲਕੁਲ ਸਹੀ ਪ੍ਰੋਸੀਜਰ ਹੈ ਬੱਚੇ। ਅਸੀਂ ਲਾਸਟ ਤੱਕ ਵੈਲਿਊਜ਼ ਨੂੰ ਵੀ ਪਿਕ ਕਰ ਸਕਦੇ ਹਾਂ, ਬਟ ਉਹ ਆਪਣੀ ਕੈਲਕੂਲੇਸ਼ਨ ਨੂੰ ਈਜ਼ੀ ਬਣਾਉਣ ਦੇ ਲਈ ਅਸੀਂ ਇਹਨਾਂ ਨੂੰ ਨਿਗਲੈਕਟ ਵੀ ਕਰ ਸਕਦੇ ਹਾਂ। ਹੁਣ ਆਏਗਾ ਬੱਚੇ ਕਿ ਸਾਡੇ ਕੋਲ ਇਹਦੇ ਵਿੱਚ ਐਕਸ ਨੋਟ ਕੀ ਯੂਜ਼ ਕਰਨਾ, ਕਿਵੇਂ ਫਿਰ ਆ ਵੈਲਿਊਜ਼ ਨੂੰ ਨੇਮਿੰਗ ਦੇਣੀ ਆ, ਫਾਰਮੂਲੇ 'ਚ ਪੁੱਟ ਕਰਨਾ। ਹੁਣ ਸਭ ਤੋਂ ਪਹਿਲਾਂ ਬੱਚੇ ਜਦੋਂ ਡਿਫਰੈਂਸ ਟੇਬਲ ਹੋ ਗਿਆ ਫਿਰ ਅਸੀਂ ਦੇਖਣਾ ਕਿ ਅਸੀਂ ਕਿਹੜੀ ਮਿਸਿੰਗ ਵੈਲਿਊ ਦੇ ਲਈ ਸੋਲਵ ਕਰ ਰਹੇ ਹਾਂ। 1.17
ਇਹਦੀ ਵੈਲਿਊ ਫਾਈਂਡ ਕਰਨੀ ਆ। ਹੁਣ ਦੇਖੋ ਜੋ ਐਕਸ ਦੀਆਂ ਵੈਲਿਊਜ਼ ਸੀਗੀਆਂ ਉਹਦੇ ਵਿੱਚ 1.17 ਕਿਹਦੇ ਨੀਅਰ ਆ, 1.17 1.15 ਤੋਂ ਲੈ ਕੇ 1.20 ਦੇ ਵਿੱਚ ਆ। ਇਸੇ ਦੋ ਦੇ ਵੈਲਿਊ ਦੇ ਵਿੱਚ ਸਾਡੇ ਕੋਲ ਕੀ ਕਰ ਰਿਹਾ 1.17 ਲਾਈ ਕਰ ਰਿਹਾ। ਹੁਣ ਇਹ ਤੁਹਾਡੀ ਮਰਜ਼ੀ ਵਿੱਚ ਤੁਸੀਂ ਇਹਨੂੰ ਐਕਸ ਨੋਟ ਮੰਨ ਸਕਦੇ ਹੋ ਅਤੇ ਇਹਨੂੰ ਸਾਡੇ ਕੋਲ x -1 ਮੰਨ ਸਕਦੇ ਹੋ, ਜਾਂ ਫਿਰ ਇਹਨੂੰ x ਨੋਟ ਮੰਨ ਲਓ, ਇਹਨੂੰ ਸਾਡੇ ਕੋਲ x1 ਮੰਨ ਲਓ। ਜਿਹੜੀ ਵੀ ਵੈਲਿਊ ਤੁਸੀਂ ਲਓਗੇ ਉਹਨੂੰ ਅਸੀਂ ਕੀ ਮੰਨ ਲਾਂਗੇ x ਨੋਟ। ਹੁਣ ਅਸੀਂ ਨੇ ਕੀ ਮੰਨਿਆ 1.15 ਨੂੰ ਸਾਡੇ ਕੋਲ x ਨੋਟ। ਬੱਚੇ ਜੇ ਇਹ x ਨੋਟ ਹੈ ਇਹਦੇ ਉੱਪਰਲੀ ਵੈਲਿਊ ਕੀ ਹੋਊਗੀ x -1, ਇਹਦੇ ਉੱਪਰਲੀ x -2, ਫਿਰ ਉਹਦੇ ਉੱਪਰਲੀ x -3। ਹੁਣ 0 ਤੋਂ ਉੱਪਰ ਤਾਂ ਨੈਗੇਟਿਵ ਹੀ ਆਉਣੀ ਹੈ, ਨੀਚੇ ਵਾਲੀ ਵੈਲਿਊ x1 x2 x3। ਸੋ ਪਹਿਲਾਂ ਅਸੀਂ ਨੇ ਕੀ ਚੂਜ਼ ਕੀਤਾ x ਨੋਟ। ਕਿਹੜੀ x ਨੋਟ, ਜਿਹੜੀ ਮਿਸਿੰਗ ਵੈਲਿਊ ਜਿਹਦੇ ਉੱਤੇ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਆ ਉਹ ਜਿਹੜੇ ਇੰਟਰਵਲ ਦੇ ਵਿੱਚ ਲਾਈ ਕਰ ਰਿਹਾ ਉਹਦੇ ਵਿੱਚੋਂ ਸਾਨੂੰ ਕੀ ਮਿਲ ਜਾਏਗਾ x ਨੋਟ। ਹੁਣ ਜਦੋਂ ਸਾਡੇ ਕੋਲ x ਨੋਟ ਦੀ ਵੈਲਿਊ ਆ ਗਈ ਬੱਚੇ ਤਾਂ x ਨੋਟ ਦੇ ਇਕੁਅਲ ਕੀ ਪਿਆ ਹੋਏਗਾ y ਨੋਟ, ਤਾਂ ਕਿਹਦੀ ਵੈਲਿਊ ਹੋਗੀ y ਨੋਟ ਦੀ। ਆ ਹੋ ਗਿਆ x ਨੋਟ, ਆ ਹੋ ਗਿਆ y ਨੋਟ। ਹੁਣ ਤੈਨੂੰ ਦੇਖੋ ਸਾਡੇ ਕੋਲ ਡਿਫਰੈਂਸ ਟੇਬਲ ਸਾਡੀ ਹੈਲਪ ਕਰੇਗਾ। ਜਿਹੜੀ ਇਹ ਤੋਂ ਨੀਚੇ ਜਾ ਕੇ ਬੱਚੇ ਇੱਕ ਸਟੈਪ ਨੀਚੇ ਜਾ ਕੇ ਵੈਲਿਊ ਹੋਏਗੀ ਉਹ ਹੋਏਗੀ ਡੈਲ y ਨੋਟ ਦੀ। ਫਿਰ ਉਸ ਤੋਂ ਜੇ ਬੱਚੇ ਡੈਲ y ਨੋਟ ਆ ਤਾਂ ਇਹਦੇ ਉੱਪਰਲੀ ਵੈਲਿਊ ਕੀ ਹੋਊਗੀ ਡੈਲ y -1, ਇਹ ਵੈਲਿਊ ਹੋਏਗੀ ਡੈਲ y -2 ਅਤੇ ਇਹ ਵੈਲਿਊ ਹੋਏਗੀ ਡੈਲ y -3 ਅਤੇ ਨੀਚੇ ਵਾਲੀ ਵੈਲਿਊ ਵਿੱਚ ਇਹਦੇ ਹੋਏਗੀ ਡੈਲ y1 ਡੈਲ y2। ਸਾਰਿਆਂ ਨੂੰ ਅਸੀਂ ਨੇਮਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇਖੋ ਸਾਡਾ ਜਿਹੜਾ ਫਾਰਵਰਡ ਹੁੰਦਾ ਉਹਦੇ ਵਿੱਚ ਉੱਪਰਲੀ ਟਰਮ ਹਮੇਸ਼ਾ ਫਿਕਸ ਰਹਿੰਦੀ ਆ। ਜੇ ਆਹ ਡੈਲ y -3 ਆ ਤਾਂ ਅਗਲੀ ਟਰਮ ਕੀ ਹੋਏਗੀ ਵਿੱਚ ਡੈਲ ਦੀ ਸਕੇਅਰ y -3 ਅਤੇ ਅਗਲੀ ਕੀ ਹੋਏਗੀ ਡੈਲ ਦੀ ਪਾਵਰ 3 y -3। ਮਤਲਬ ਉੱਪਰਲੀ ਫਿਕਸ ਰਹਿੰਦੀ ਹੈ। ਜੇ ਉੱਪਰਲੀ ਸਾਨੂੰ ਪਤਾ ਕਿ ਫਿਕਸ ਆ ਤਾਂ ਅਸੀਂ ਨੀਚੇ ਵਾਲੀ ਨੇਮਿੰਗ ਈਜ਼ੀਲੀ ਕਰ ਸਕਦੇ ਹਾਂ। ਜੇ ਆ ਡੈਲ ਸਕੇਅਰ y3 ਆ ਤਾਂ ਇਹਦੇ ਨੀਚੇ ਕੀ ਹੋਏਗਾ ਡੈਲ ਸਕੇਅਰ y2। ਉਸ ਤੋਂ ਨੀਚੇ ਕੀ ਹੋਏਗਾ ਡੈਲ ਸਕੇਅਰ y -1, ਫਿਰ ਆ ਕੀ ਹੋਏਗਾ ਡੈਲ ਸਕੇਅਰ y ਨੋਟ, ਆ ਹੋਏਗਾ ਡੈਲ ਸਕੇਅਰ y1। ਬਸ ਉੱਪਰਲੀ ਟਰਮ ਨੂੰ ਵਿੱਚ ਅਸੀਂ ਨੇ ਫਿਕਸ ਰੱਖ ਲਿਆ। ਸਾਨੂੰ ਜਦੋਂ ਪਹਿਲੇ ਸਟੈਪ 'ਤੇ ਪਤਾ ਲੱਗ ਗਿਆ ਕਿ ਹਾਂਜੀ ਇਹ ਨੋਟ ਆ ਅਤੇ ਇਹਦੇ ਉੱਤੇ ਕਿਹੜੀ ਬਣੇਗੀ ਤਾਂ ਇਹ ਹੋ ਗਿਆ ਡੈਲ ਕਿਊ ਸਾਡੇ ਕੋਲ ਡੈਲ y -3। ਇਹ ਕੀ ਰਹੇਗਾ ਸਾਡੇ ਕੋਲ ਫਿਕਸ ਰਹੇਗਾ। ਹੁਣ ਜਦੋਂ ਵੈਲਿਊਜ਼ ਬੱਚੇ ਸਾਡੇ ਕੋਲ ਨੇਮਿੰਗ ਹੋ ਗਿਆ, ਹੁਣ ਅਸੀਂ ਜਾਂ ਫਿਰ ਸਿੱਧਾ ਕਹਿ ਲਓ ਕਿ ਜਿਹੜੀ y ਨੋਟ ਆ ਇੱਕ ਵਾਰੀ ਉਹ ਤੋਂ ਨੀਚੇ ਆਉਣਾ, ਫਿਰ ਅਸੀਂ ਉੱਪਰ ਜਾਣਾ, ਫਿਰ ਨੀਚੇ ਆਉਣਾ, ਫਿਰ ਉੱਪਰ ਜਾਣਾ। ਇਸ ਤਰ੍ਹਾਂ ਵੈਲਿਊਜ਼ ਟੇਬਲ 'ਚੋਂ ਅਸੀਂ ਨੇ ਪਿਕ ਕਰਨੇ ਆ। ਹੁਣ ਵੈਲਿਊਜ਼ ਦੇ ਨੇਮ ਹੋ ਗਏ ਤਾਂ ਅੱਗੇ ਅਸੀਂ ਨੇ ਦੇਣੇ ਇਸ ਫਾਰਮੂਲੇ 'ਚ ਬੱਚੇ ਸਬਸਟੀਟਿਊਟ ਕਰਦੇ ਨੇ। ਫਾਰਮੂਲਾ ਕੀ ਸੀਗਾ y ਨੋਟ ਪਲੱਸ p del y naught plus p -1/2 del square y -1 plus p plus 1 p -1/3 factorial del the cube y -2 up to so on। ਹੁਣ ਦੇਖੋ ਬੱਚੇ ਇਹਦੇ ਵਿੱਚ ਸਾਡੇ ਕੋਲ ਜਿਹੜੀਆਂ ਵੈਲਿਊਜ਼ ਅਸੀਂ ਉੱਪਰ ਮਾਰਕ ਕੀਤੀਆਂ ਨੇ ਉਹ ਵੈਲਿਊਜ਼ ਅਸੀਂ ਸਬਸਟੀਟਿਊਟ ਕਰ ਦਾਂਗੇ। ਸਭ ਤੋਂ ਪਹਿਲਾਂ y ਨੋਟ, ਹਾਂਜੀ ਸਭ ਤੋਂ ਪਹਿਲਾਂ y ਨੋਟ ਦੀ ਵੈਲਿਊ ਕਿੰਨੀ ਹੈ ਬੱਚੇ 3.1582। ਉਸ ਤੋਂ ਬਾਅਦ p, ਦੇਖੋ p ਦੀ ਵੈਲਿਊ ਕੀ ਆ, p ਅਸੀਂ ਕਿਹਾ ਸੀਗਾ x -x ਨੋਟ ਅਪੋਨ h ਆ। x ਮਤਲਬ ਜਿਹੜੀ ਮਿਸਿੰਗ ਵੈਲਿਊ ਜੋ ਅਸੀਂ ਫੰਕਸ਼ਨ ਦੇ ਲਈ ਫਾਈਂਡ ਕਰਨਾ ਚਾਹੁੰਦੇ ਹਾਂ 1.17, x ਨੋਟ ਅਸੀਂ ਕਿਹਨੂੰ ਮੰਨਿਆ 1.15 ਅਤੇ ਲੈਂਥ ਆਫ ਇੰਟਰਵਲ ਇਹਨਾਂ ਦੋਹਾਂ ਦੇ ਵਿੱਚ ਜਾਂ ਸਾਰਿਆਂ ਦੇ ਵਿੱਚ ਬੱਚੇ ਇੰਟਰਵਲ ਦਾ ਕਿੰਨੇ ਦਾ ਚੱਲ ਰਿਹਾ ਡਿਫਰੈਂਸ 0.05। ਸੋ ਜਦੋਂ ਇਹਨੂੰ ਸੋਲਵ ਕੀਤਾ ਆਨਸਰ ਆ ਗਿਆ ਵਿੱਚ 0.4। ਸੋ p ਦੀ ਵੈਲਿਊ ਕਿੰਨੀ ਹੈ 0.4। ਅਗਲੇ ਸਟੈਪ 'ਚ ਅਸੀਂ ਸਬਸਟੀਟਿਊਟ ਕਰ ਦਾਂਗੇ। ਅੱਗੇ ਹੈਗੀ ਹੈ ਡੈਲ ਵਾਈ ਨੋਟ ਦੀ ਵੈਲਿਊ ਵਿੱਚ ਡੈਲ ਵਾਈ ਨੋਟ ਦੀ ਵੈਲਿਊ 0.1619। ਉਸ ਤੋਂ ਬਾਅਦ ਡੈਲ ਸਕੇਅਰ y -1 ਦੀ ਵੈਲਿਊ 0.007 ਹੈ। ਹੁਣ ਜੇ ਤੁਹਾਨੂੰ ਨੇਮਿੰਗ ਯਾਦ ਨਹੀਂ ਰਹਿ ਰਹੀ ਤਾਂ ਬੱਚੇ ਤੁਸੀਂ ਸਿੰਪਲੀ ਦਾ ਆਹ ਨੰਬਰ ਯਾਦ ਰੱਖ ਲਓ ਕਿ y ਨੋਟ ਤੋਂ ਨੀਚੇ ਡੈਲ ਵਾਈ ਨੋਟ ਹੋਊਗਾ, ਫਿਰ ਉੱਪਰ ਇੱਕ ਸਟੈਪ ਚੜਾਂਗੇ, ਫਿਰ ਇੱਕ ਨੀਚੇ ਆਵਾਂਗੇ, ਫਿਰ ਉੱਪਰ ਜਾਵਾਂਗੇ, ਫਿਰ ਅਸੀਂ ਸਿੱਧਾ ਇਹੀ ਵੈਲਿਊਜ਼ ਅਸੀਂ ਲਿਖੀ ਜਾਣੀਆਂ ਨੇ। ਉਸ ਤੋਂ ਬਾਅਦ p+1 p -1 3 ਫੈਕਟੋਰੀਅਲ ਇੰਟੂ ਡੈਲ ਦੀ ਕਿਊਬ। ਬੱਚੇ ਅਸੀਂ ਇੱਥੇ ਤੱਕ ਸੋਲਵ ਕੀਤਾ ਕਿਉਂਕਿ ਅਗਲੀ ਟਰਮ ਤਾਂ 0 ਆ, ਉਹਦੇ ਨਾਲ ਸਾਡੇ ਕੋਲ ਕੋਈ ਫਰਕ ਨਹੀਂ ਸੀ ਪੈਣਾ। ਹੁਣ ਅੱਗੇ ਜਦੋਂ p ਦੀ ਵੈਲਿਊ ਸਬਸਟੀਟਿਊਟ ਕਰਤੀ ਤਾਂ ਬੱਚੇ ਸਾਡੇ ਕੋਲ ਫਾਰਮੂਲਾ ਜਿਹੜਾ ਉਹ ਇਸ ਤਰ੍ਹਾਂ ਦਾ ਓਪਨ ਹੋ ਗਿਆ ਕਿ p ਦੀ ਵੈਲਿਊ ਸੋਲਵ ਕਰਨ ਤੋਂ ਬਾਅਦ ਹੁਣ ਇਹਨਾਂ ਸਾਰੀਆਂ ਵੈਲਿਊਜ਼ ਨੂੰ ਅਸੀਂ ਫਿਲ ਕਰਤਾ, ਸੋਲਵ ਕਰਾਂਗੇ, ਸਬਟਰੈਕਸ਼ਨ ਕਰਾਂਗੇ, ਸਾਡੇ ਕੋਲ ਆਨਸਰ ਆ ਰਿਹਾ 3.22199 ਅਪਰੋਕਸ। ਕਦੋਂ ਬੱਚੇ ਜਦੋਂ ਅਸੀਂ ਫੋਰਥ ਟਰਮ ਆ ਜਿਹੜਾ ਡੈਲ ਦੀ ਪਾਵਰ 3 ਸੀ ਇਹਨੂੰ ਵੀ ਕੀ ਕੀਤਾ ਕੰਸੀਡਰ ਕੀਤਾ। ਹੁਣ ਜੇ ਬਾਈ ਚਾਂਸ ਤੁਸੀਂ ਇਹਨੂੰ ਨਿਗਲੈਕਟ ਕਰ ਦਿੰਦੇ ਹੋ ਕਿ ਸਾਡੇ ਇਹ ਛੋਟੀਆਂ ਟਰਮਸ ਨੇ ਇਹਦੇ ਨਾਲ ਸਾਡੇ ਆਨਸਰ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਤਾਂ ਬੱਚੇ ਸੱਚੀ ਹੀ ਸਾਡੇ ਆਨਸਰ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਅਸੀਂ ਉਹਦੇ ਨਾਲ ਵੀ ਕਰਕੇ ਦੇਖ ਲੈਂਦੇ ਹਾਂ।
हाँ जी, जिवें ਬੱਚੇ ਅਸੀਂ ਲਿਆ ਕਹਿੰਦੇ ਜੇਕਰ ਤੁਸੀਂ ਆ ਅਗਲੀ ਟਰਮ ਨਾ ਲੈਂਦੇ ਇਸ ਵਾਲੀ ਟਰਮ ਨੂੰ ਨਹੀਂ ਲੈਂਦੇ ਸੀਗੇ ਤਾਂ ਸਿਰਫ ਪਹਿਲੀਆਂ 3 ਟਰਮਸ ਬਚੀਆਂ। ਜਦੋਂ ਪਹਿਲੀਆਂ 3 ਟਰਮ ਨੂੰ ਸੋਲਵ ਕੀਤਾ ਬੱਚੇ ਆਨਸਰ ਕਿੰਨਾ ਆਇਆ 3.2220। ਦੇਖੋ ਜੇ ਇਹਨੂੰ ਵੀ ਅਪਰੋਕਸ ਕਰਨਾ ਚਾਹੂੰ ਤਾਂ ਇਹ ਵੀ 3 ਡਿਜਿਟ ਤੱਕ 3.222 ਬਣੇਗਾ ਅਤੇ ਇਹਦਾ ਵੀ ਆਨਸਰ 3.222 ਇਹ ਆਇਆ। ਸੋ ਬਹੁਤ ਛੋਟਾ ਜਿਹਾ ਮਾਈਨਰ ਜਿਹਾ ਡਿਫਰੈਂਸ ਹੁੰਦਾ, ਜੇ ਅਸੀਂ ਉਹਨੂੰ ਨੈਗਲੈਕਟ ਕਰ ਦਿੰਦੇ ਸਾਡੀ ਕੈਲਕੂਲੇਸ਼ਨ ਥੋੜ੍ਹੀ ਜਿਹੀ ਈਜ਼ੀ ਹੋ ਜਾਂਦੀ, ਤਾਂ ਕਰਕੇ ਉਹਨਾਂ ਨੂੰ ਨੈਗਲੈਕਟ ਕਰ ਦਿੱਤਾ ਜਾਂਦਾ। ਜੇ ਨਹੀਂ ਕਰੋਗੇ ਬੱਚੇ ਆਨਸਰ ਤੁਹਾਡਾ ਫਿਰ ਵੀ ਠੀਕ ਹੋਏਗਾ। ਇਹ ਸੀਗਾ ਸਾਡੇ ਕੋਲ ਗੌਸ ਫਾਰਵਰਡ ਫਾਰਮੂਲਾ, ਸੈਂਟਰਲ ਡਿਫਰੈਂਸ ਫਾਰਮੂਲਾ। ਆਈ ਹੋਪ ਕਲੀਅਰ ਹੋ ਗਿਆ ਹੋਏਗਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਗੌਸ ਬੈਕਵਰਡ ਫਾਰਮੂਲਾ। ਥੈਂਕ ਯੂ ਫॉर ਵਾਚਿੰਗ।